ਧੰਨ ਵਾਹਿਗੁਰੂ ਜੀ। ਸੋਰਠ ਮਹੱਲਾ ਨੌਵਾਂ। ਮਾਈ ਮੈਂ ਕਿਹ ਬਿਦ ਲਖੋਂ ਗੁਸਾਈ, ਮਹਾ ਮੋਹ ਅਗਿਆਨ ਤਿਮਰ, ਮੋਹ ਮਨ ਰਹਿਓ ਉਰਝਾਈ। ਮਾਈ ਮੈਂ ਕਿਹ ਬਿਦ ਲਖੋਂ ਗੁਸਾਈ, ਮਹਾ ਮੋਹ ਅਗਿਆਨ ਤਿਮਰ, ਮੋਹ ਮਨ ਰਹਿਓ ਉਰਝਾਈ। ਰਹਾਉ ਸਗਲ ਜਨਮ ਭਰਮ ਹੀ ਭਰਮ ਖੋਇਓ, ਨਹਿ ਅਸਥਿਰ ਮਤ ਪਾਈ। ਵਿਖਿਆ ਸਕਤ ਰਹਿਓ ਨਿਸਬਾਸੁਰ, ਨਹਿ ਛੂਟੀ ਅਧਮਾਈ। ਸਾਧ ਸੰਗ ਕਬਹੂ ਨਹੀਂ ਕੀਨਾ, ਨਹਿ ਕੀਰਤ ਪ੍ਰਭ ਗਾਈ। ਜਨ ਨਾਨਕ ਮੈਂ ਨਾਹਿ ਕੋਊ ਗੁਣ, ਰਾਖ ਲੇਹੁ ਸ਼ਰਨਾਈ। ਸਾਧ ਸੰਗ ਕਬਹੂ ਨਹੀਂ ਕੀਨਾ, ਨਹਿ ਕੀਰਤ ਪ੍ਰਭ ਗਾਈ। ਜਨ ਨਾਨਕ ਮੈਂ ਨਾਹਿ ਕੋਊ ਗੁਣ, ਰਾਖ ਲੇਹੁ ਸ਼ਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਤਖਤ ਸਿੰਘਾਸਨ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਦੀ ਅੰਮ੍ਰਿਤ ਸਰੂਪ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਬੜੇ ਪ੍ਰੇਮ ਇਕਾਗਰਤਾ ਸਹਿਤ ਸ਼ਰਵਣ ਕੀਤੇ ਹਨ। ਉਪਰੰਤ ਆਪ ਜੀ ਨੇ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 632 ਉੱਪਰ ਦਰਜ ਹੈ ਅਤੇ ਸੋਰਠ ਰਾਗ ਦੇ ਵਿੱਚ ਸੁਭਾਇਮਾਨ ਹੈ। ਪਾਠ ਦੇ ਰੂਪ ਵਿੱਚ ਆਪ ਜੀ ਨੇ ਇਸ ਸ਼ਬਦ ਨੂੰ ਸੁਣਿਆ ਹੈ। ਸਤਿਗੁਰੂ ਜੀ ਸੰਬੋਧਨ ਕਰਨ ਵਾਸਤੇ ਬਾਣੀ ਦੇ ਵਿੱਚ ਵੱਖਰੇ ਵੱਖਰੇ ਸ਼ਬਦਾਂ ਦੀ ਵਰਤੋਂ ਕਰਦੇ ਹਨ। ਕਿਤੇ ਸਤਿਗੁਰੂ ਮਹਾਰਾਜ ਸਾਧੋ ਆਖਦੇ ਹਨ, ਕਿਤੇ ਸੰਤੋ ਆਖਦੇ ਹਨ, ਕਿਤੇ ਰੇ ਮਨ ਕਹਿ ਕੇ, ਕਿਤੇ ਪ੍ਰਾਣੀ ਕਹਿ ਕੇ, ਤੇ ਕਿਤੇ ਸਤਿਗੁਰੂ ਮਾਈ ਸ਼ਬਦ ਕਹਿ ਕੇ ਆਪਣੇ ਵਿਚਾਰ ਦੀ ਆਰੰਭਤਾ ਕਰਦੇ ਹਨ। ਇਸ ਨੂੰ ਅਸੀਂ ਸੰਬੋਧਨਵਾਚਕ ਸ਼ਬਦ ਆਖਦੇ ਹਾਂ। ਜਿਵੇਂ ਅਸੀਂ ਕਿਸੇ ਨੂੰ ਕੋਈ ਗੱਲ ਕਹਿਣੀ ਹੋਵੇ ਤੇ ਅਸੀਂ ਕਿਸੇ ਨੂੰ ਸੰਬੋਧਨ ਕਰਨ ਲਈ ਉਸ ਦਾ ਨਾਮ ਵਰਤਦੇ ਹਾਂ ਜਾਂ ਕੋਈ ਹੋਰ ਲਫ਼ਜ਼ ਆਪਣੀ ਭਾਸ਼ਾ ਦੇ ਵਿੱਚ ਵਰਤੋਂ ਦੇ ਵਿੱਚ ਬੋਲੀ ਦੇ ਵਿੱਚ ਲਿਆਉਂਦੇ ਹਾਂ।
ਤੋ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਆਖਦੇ ਨੇ, ਮਾਈ ਮੈਂ ਕਿਹ ਬਿਦ ਲਖੋਂ ਗੁਸਾਈ। ਲਖੋਂ ਦਾ ਮਤਲਬ ਹੈ ਜਾਣ ਲਵਾਂ, ਪਛਾਣ ਲਵਾਂ, ਸਮਝ ਲਵਾਂ, ਪਾ ਲਵਾਂ। ਗੁਸਾਈ ਤੋਂ ਭਾਵ ਹੈ ਸਾਰੀ ਸ੍ਰਿਸ਼ਟੀ ਦੇ ਮਾਲਕ ਸਿਰਜਣਹਾਰ ਪਰਮੇਸ਼ਰ ਨੂੰ, ਜਿਹੜਾ ਮੇਰਾ ਸਿਰਜਣਹਾਰਾ ਹੈ, ਜਿਸ ਨੇ ਮੈਨੂੰ ਇਹ ਜੀਵਨ ਦਾਨ ਦਿੱਤਾ ਹੈ, ਜਿਸ ਦੀ ਬਦੌਲਤ ਮੈਂ ਹਾਂ ਤੇ ਜਿਸ ਦੀ ਬਦੌਲਤ ਇਹ ਸਮੁੱਚਾ ਜਗਤ ਪਸਾਰਾ ਹੈ, ਉਹ ਗੁਸਾਈ ਪਰਮੇਸ਼ਰ ਅਕਾਲ ਪੁਰਖ, ਉਸ ਨੂੰ ਮੈਂ ਕਿਵੇਂ ਜਾਣ ਸਕਦਾ ਹਾਂ, ਕਿਵੇਂ ਪਛਾਣ ਸਕਦਾ ਹਾਂ, ਕਿਵੇਂ ਸਮਝ ਸਕਦਾ ਹਾਂ, ਭਾਵ ਉਸ ਨਾਲ ਮੇਰੀ ਕਿਵੇਂ ਸਾਂਝ ਪੈ ਸਕਦੀ ਹੈ। ਇੱਥੇ ਸਤਿਗੁਰੂ ਮਹਾਰਾਜ ਇਹ ਪ੍ਰਸ਼ਨ ਨਹੀਂ ਕਰ ਰਿਹਾ ਵੀ ਮੈਂ ਕਿਵੇਂ, ਸਤਿਗੁਰੂ ਆਖਦੇ ਨੇ ਕਿਵੇਂ ਜਾਣ ਲਵਾਂ ਮੈਂ, ਜਦੋਂ ਕਿ ਮੇਰੀ ਹਾਲਤ ਇਹੋ ਜਿਹੀ ਹੈ। ਸਤਿਗੁਰੂ ਆਖਦੇ ਨੇ, ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹਿਓ ਉਰਝਾਈ। ਐਸੀ ਦਸ਼ਾ ਹੈ ਮੇਰੀ, ਐਸੀ ਹਾਲਤ ਹੈ ਮੇਰੀ, ਮੋਹ ਮਨ, ਮੇਰਾ ਮਨ ਰਹਿਓ ਉਰਝਾਈ, ਫਸਿਆ ਪਿਆ ਹੈ, ਉਲਝਿਆ ਪਿਆ ਹੈ। ਕਿਸ ਚੀਜ਼ ਵਿੱਚ? ਪਹਿਲਾ ਸ਼ਬਦ ਸਤਿਗੁਰੂ ਨੇ ਵਰਤਿਆ ਹੈ ਮਹਾ ਮੋਹ। ਮੋਹ ਦੇ ਭਿਅੰਕਰ ਪਸਾਰੇ ਦੇ ਵਿੱਚ, ਮੋਹ ਦੇ ਵੱਡੇ ਪਸਾਰੇ ਦੇ ਵਿੱਚ ਮੇਰਾ ਮਨ ਫਸ ਗਿਆ ਹੈ। ਜਦੋਂ ਅਸੀਂ ਸੋਦਰ ਦੀ ਬਾਣੀ ਦਾ ਪਾਠ ਕਰਦੇ ਹਾਂ ਤਾਂ ਸਤਿਗੁਰੂ ਜੀ ਦਾ ਇਹ ਪਾਵਨ ਸ਼ਬਦ ਆਪਾਂ ਪੜ੍ਹਦੇ ਹਾਂ। ਸਤਿਗੁਰੂ ਨੇ ਇੱਕ ਬਿੰਬ ਸਿਰਜਿਆ, ਇੱਕ ਪ੍ਰਤੀਕ ਵਰਤਿਆ। ਸੰਸਾਰ ਨੂੰ ਆਖਿਆ ਸਰਵਰੜੈ, ਸਰੋਵਰ ਜਗਤ ਨੂੰ। ਤਿਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਜਿਵੇਂ ਸਰੋਵਰ ਵਿੱਚ ਕੀ ਹੁੰਦਾ ਆਪਾਂ ਸਾਰੇ ਜਾਣਦੇ ਹਾਂ, ਪਾਣੀ ਹੁੰਦਾ। ਮਹਾਰਾਜ ਕਹਿੰਦੇ ਸਮਝੋ ਵੀ ਜਗਤ ਸਰੋਵਰ ਹੈ, ਤੇ ਜਗਤ ਸਰੋਵਰ ਦੇ ਵਿੱਚ ਪਾਣੀ ਦੀ ਜਗ੍ਹਾ ਦੇ ਉੱਤੇ ਅੱਗ ਹੈ। ਕਾਹਦੀ? ਤ੍ਰਿਸ਼ਨਾ ਦੀ। ਤਿਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਾਂ ਡੂਬੀਐ। ਪੰਕ ਕਹਿੰਦੇ ਹਨ ਚਿੱਕੜ ਨੂੰ। ਜਿਵੇਂ ਸਰੋਵਰ ਵਿੱਚ ਪਾਣੀ ਹੈ, ਉਤਲੇ ਤਲ ਤੇ ਹੇਠਾਂ ਗਾਰ ਹੈ, ਚਿੱਕੜ ਹੈ। ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਮੋਹ ਦਾ ਚਿੱਕੜ ਹੈ, ਤੇ ਮੈਂ ਵੇਖਦਾ ਹਾਂ ਲੋਕ ਮੋਹ ਦੇ ਵਿੱਚ ਫਸ ਜਾਂਦੇ ਹਨ। ਮੋਹ ਦਾ ਭਾਵ ਹੁੰਦਾ ਹੈ ਖਿੱਚ। ਕਿਸੇ ਚੀਜ਼ ਨਾਲ ਸਾਡੇ ਅੰਦਰ ਦੀ ਖਿੱਚ, ਜਜ਼ਬਾਤੀ ਸਾਂਝ ਪੈ ਜਾਣੀ। ਹੁਣ ਖਿਆਲ ਵਿੱਚ ਰੱਖਿਓ ਵੀ ਮੋਹ ਤੋਂ ਬਿਨਾਂ ਤੇ ਸਾਡਾ ਜੀਵਨ ਚੱਲ ਵੀ ਨਹੀਂ ਸਕਦਾ। ਮਾਂ ਬਾਪ ਨੂੰ ਆਪਣੇ ਬੱਚੇ ਨਾਲ ਪ੍ਰੇਮ ਹੈ। ਬੱਚਾ 1000 ਔਰਤਾਂ ਹੋਣ ਤਾਂ ਵੀ ਆਪਣੀ ਮਾਂ ਦੀ ਗੋਦ ਵਿੱਚ ਜਾ ਕੇ ਹੀ ਸੰਤੁਸ਼ਟ ਹੁੰਦਾ ਹੈ। ਅਸੀਂ ਜਿਸ ਜਗ੍ਹਾ ਦੇ ਉੱਤੇ ਰਹਿੰਦੇ ਹਾਂ, ਸਾਡੀ ਉਸ ਨਾਲ ਇੱਕ ਦਿਲੀ ਸਾਂਝ ਬਣ ਜਾਂਦੀ ਹੈ। ਅਸੀਂ ਕਿਤੇ ਵੀ ਜਾਈਏ, ਦੁਨੀਆ ਵਿੱਚ ਕਿਤੇ ਵੀ ਘੁੰਮੀਏ ਫਿਰੀਏ, ਫਿਰ ਵੀ ਆਪਣੇ ਅਸਲ ਟਿਕਾਣੇ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਆ ਕੇ ਹੀ ਸਾਨੂੰ ਸਕੂਨ ਮਿਲਦਾ। ਕਿਸੇ ਦੀਆਂ ਸੈਂਕੜੇ ਚੀਜ਼ਾਂ ਪਈਆਂ ਨੇ, ਸਾਨੂੰ ਆਪਣੀ ਚੀਜ਼ ਦੀ ਪਛਾਣ ਹੁੰਦੀ, ਉਹਦੇ ਨਾਲ ਲਗਾਵ ਹੁੰਦਾ, ਭਾਵੇਂ ਉਹ ਬੜੀ ਥੋੜ੍ਹੀ ਜਿਹੀ ਕੀਮਤ ਦੀ ਵਸਤੂ ਹੋਵੇ। ਇਹ ਸਾਰੀ ਖੇਡ ਜਿਹੜੀ ਹੈ ਕਾਹਦੇ ਸਿਰ 'ਤੇ ਚੱਲ ਰਹੀ ਹੈ? ਇਹ ਸਾਡੀ ਖਿੱਚ ਜਿਹੜੀ ਚੀਜ਼ਾਂ ਨਾਲ ਬਣੀ ਹੋਈ, ਇਹਨੂੰ ਅਸੀਂ ਮੋਹ ਹੀ ਕਹਿੰਦੇ ਹਾਂ। ਪਰ ਕੀ ਗੁਰੂ ਮਹਾਰਾਜ ਇਸ ਮੋਹ ਨੂੰ ਵੀ ਕ੍ਰਿਟੀਸਾਈਜ਼ ਕਰਦੇ ਨੇ, ਇਸ ਮੋਹ ਦਾ ਵੀ ਖੰਡਨ ਕਰਦੇ ਨੇ ਬਾਣੀ ਵਿੱਚ? ਨਹੀਂ। ਇਹੀ ਖਿਆਲ ਆਪਾਂ ਸਮਝਣਾ ਹੈ। ਸਤਿਗੁਰੂ ਪਾਤਸ਼ਾਹ ਜਿੱਥੇ ਮੋਹ ਨੂੰ ਰੋਗ ਵਜੋਂ, ਵਿਕਾਰ ਵਜੋਂ ਬਿਆਨ ਕਰਦੇ ਨੇ, ਉੱਥੇ ਭਾਵ ਹੈ ਗਲਤ ਪਾਸੇ ਦੀ ਖਿੱਚ ਹੋਣਾ, ਜਿਹੜੀ ਸਾਨੂੰ ਜੀਵਨ ਦੇ ਸਹੀ ਮਾਰਗ ਤੋਂ ਥਿੜਕਾ ਦਿੰਦੀ ਹੈ, ਜਿਹੜੀ ਸਾਨੂੰ ਵਿਸ਼ੇ ਤੇ ਵਿਕਾਰਾਂ ਵਿੱਚ ਫਸਾ ਦਿੰਦੀ ਹੈ, ਜਿਹੜੀ ਸਾਡੀ ਆਤਮਾ, ਮਨ ਤੇ ਕਰਮ ਨੂੰ ਪਲੀਤ ਕਰ ਦਿੰਦੀ ਹੈ, ਜਿਹੜੀ ਚੀਜ਼ ਸਾਡੇ ਅੰਦਰ ਨੈਗੇਟਿਵਿਟੀ ਪੈਦਾ ਕਰਕੇ ਸਾਡੇ ਆਪਣੇ ਜੀਵਨ ਤੇ ਸਾਡੇ ਆਲੇ ਦੁਆਲੇ ਨੂੰ ਖਰਾਬ ਕਰਦੀ ਹੈ, ਕੁਰਾਏ ਪਾਉਂਦੀ ਹੈ, ਨੇਸ ਤੋਂ ਨਾਬੂਦ ਕਰਦੀ ਹੈ, ਉਸ ਨੂੰ ਮੋਹ ਕਿਹਾ ਗਿਆ। ਇਸ ਦੀ ਮੈਂ ਇੱਕ ਸੰਖੇਪ ਉਦਾਹਰਣ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ 'ਚੋਂ ਤੁਹਾਡੇ ਸਨਮੁਖ ਰੱਖਦਾ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਆਪਣੇ ਅੰਦਾਜ਼ ਵਿੱਚ, ਆਪਣੇ ਸ਼ਬਦਾਂ ਵਿੱਚ ਰੱਬ ਨੂੰ ਯਾਦ ਕਰਨਾ ਚੰਗਾ ਲੱਗਦਾ। ਉਹਨਾਂ ਨੇ ਬਹੁਤ ਸ਼ਬਦ ਬਾਣੀ 'ਚ ਵਰਤੇ, ਰਾਮ ਵੀ ਵਰਤਿਆ, ਭਗਵਾਨ ਵੀ ਵਰਤਿਆ, ਇਹ ਸਾਰੇ ਸ਼ਬਦ ਮਹਾਰਾਜ ਨੇ ਵਰਤੇ, ਪ੍ਰਭੂ ਵਰਤਿਆ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਰਮੇਸ਼ਰ ਨੂੰ ਯਾਦ ਕਰਨ ਲਈ ਅੱਲਾ ਵੀ ਕਿਹਾ, ਰਹੀਮ ਵੀ ਕਿਹਾ, ਪਰਵਦਗਾਰ ਵੀ ਕਿਹਾ। ਸਤਿਗੁਰੂ ਨੇ ਸ਼ਬਦ ਚੰਗੇ ਲੱਗਦੇ ਨੇ। ਹੁਣ ਆਪਾਂ ਅਗਲੀ ਗੱਲ ਕਰੀਏ। ਮਹਾਰਾਜ ਨੂੰ ਕਿਸੇ ਲਫ਼ਜ਼ ਨਾਲ ਜਾਂ ਕਿਸੇ ਬੋਲੀ ਦੇ ਕਿਸੇ ਸ਼ਬਦ ਨਾਲ ਕੋਈ ਨਫ਼ਰਤ ਨਹੀਂ ਹੈ। ਗੱਲ ਇਹ ਹੈ ਵੀ ਕੋਈ ਕਿਸੇ ਸ਼ਬਦ ਨੂੰ ਡਿਫਾਈਨ ਕਿਵੇਂ ਕਰਦਾ ਹੈ, ਉਹਦਾ ਅਰਥ ਕੀ ਸਮਝਦਾ, ਗੱਲ ਸਾਰੀ ਇੱਥੇ ਖੜੀ ਹੁੰਦੀ ਹੈ। ਮਹਾਰਾਜ ਜੋ ਪਹਿਰਾਵਾ ਪਹਿਨਦੇ ਨੇ, ਜੋ ਉਹਨਾਂ ਨੂੰ ਚੰਗਾ ਲੱਗਦਾ ਹੈ, ਸਤਿਗੁਰੂ ਪਹਿਨਦੇ ਨੇ, ਪਰ ਉਹ ਕਿਸੇ ਦੇ ਪਹਿਰਾਵੇ ਨੂੰ ਜ਼ਬਰਦਸਤੀ ਹਟਾਉਂਦੇ ਤੇ ਨਹੀਂ ਨਾ ਵੀ ਜੋ ਮੈਂ ਪਹਿਨਿਆ ਤੂੰ ਵੀ ਇਹੋ ਪਹਿਨ। ਸਤਿਗੁਰੂ ਦਾ ਆਪਣਾ ਅਕੀਦਾ ਹੈ, ਆਪਣਾ ਵਿਸ਼ਵਾਸ ਹੈ, ਸਤਿਗੁਰੂ ਦੇ ਆਪਣੇ ਯਕੀਨ ਨੇ। ਪਰ ਮਹਾਰਾਜ ਸਕੂਲਿੰਗ ਕਰਦੇ ਨੇ, ਸਮਝਾਉਂਦੇ ਨੇ, ਉਪਦੇਸ਼ ਦਿੰਦੇ ਨੇ, ਜਿਹੜਾ ਉਹਨਾਂ ਨੂੰ ਲੱਗਦਾ ਹੈ ਵੀ ਇੱਥੇ ਮਨੁੱਖ ਦੇ ਜੀਵਨ 'ਚ ਸੁਧਾਰ ਹੋਣ ਦੀ ਕਰਨ ਦੀ ਲੋੜ ਹੈ, ਇੱਥੇ ਸਮਾਜ ਵਿੱਚ ਸੁਧਾਰ ਦੀ ਲੋੜ ਹੈ, ਉੱਥੇ ਸਤਿਗੁਰੂ ਮੱਤ ਦਿੰਦੇ ਨੇ। ਪਰ ਕਿਸੇ 'ਤੇ ਜ਼ਬਰਦਸਤੀ ਆਪਣੀ ਗੱਲ ਨਹੀਂ ਥੋਪਦੇ। ਗੁਰੂ ਸਾਹਿਬ ਮਹਾਰਾਜ ਸਾਰੀ ਮਾਨਵਤਾ ਨੂੰ ਪਿਆਰ ਕਰਦੇ ਨੇ, ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਉਹਨਾਂ ਦੀ ਗੱਲ ਮੰਨਣ ਵਾਲਾ ਹੈ, ਚਾਹੇ ਨਹੀਂ ਵੀ ਮੰਨਣ ਵਾਲਾ। ਸਤਿਗੁਰੂ ਆਖਦੇ ਨੇ ਵੀ ਠੀਕ ਹੈ, ਉਹਨਾਂ ਨੂੰ ਅਧਿਕਾਰ ਹੈ, ਉਹਨਾਂ ਦਾ ਜੋ ਯਕੀਨ ਹੈ, ਜੋ ਸਮਝ ਹੈ, ਜੋ ਸੋਝੀ, ਉਹਦੇ ਮੁਤਾਬਕ ਉਹ ਜੀ ਰਹੇ ਨੇ। ਧਰਮ ਦਾ ਮੂਲ ਦਇਆ ਹੈ, ਤੇ ਸਤਿਗੁਰੂ ਉਸ ਦਇਆ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਚੱਲਦੇ। ਉਹਨਾਂ ਦਾ ਸਾਰਾ ਕਰਮ ਹੀ ਦਇਆ 'ਤੇ ਆਧਾਰਿਤ ਹੈ, ਤਰਸ 'ਤੇ ਆਧਾਰਿਤ ਹੈ, ਪ੍ਰੇਮ 'ਤੇ ਆਧਾਰਿਤ ਹੈ। ਹੁਣ ਦੂਜੇ ਪਾਸੇ ਆਈਏ। ਔਰੰਗਜ਼ੇਬ ਉਸ ਸਮੇਂ ਦਾ ਭਾਰਤ ਦਾ ਸ਼ਾਸਕ ਹੈ, ਡਿਕਟੇਟਰ ਹੈ, ਬਾਦਸ਼ਾਹ ਹੈ। ਹੁਣ ਉਸ ਨੂੰ ਇਹ ਪੱਟੀ ਪੜ੍ਹਾਈ ਜਾਂਦੀ ਹੈ, ਉਸ ਦੇ ਕਾਜ਼ੀਆਂ ਵੱਲੋਂ, ਜਾਂ ਜਿਹੜਾ ਹੋਰ ਅਮਲਾ ਫੈਲਾ ਉਸ ਦੇ ਨੇੜੇ ਹੈ। ਇੱਕ ਤਰ੍ਹਾਂ ਨਾਲ ਉਹਨੇ ਇੱਕ ਸੋਚ ਬਣਾ ਲਈ ਹੈ ਵੀ ਲੋਕਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਉਣਾ ਬੜਾ ਵੱਡਾ ਪੁੰਨ ਦਾ ਕੰਮ ਹੁੰਦਾ ਹੈ। ਵੀ ਜੇ ਮੈਂ ਗੈਰ ਮੁਸਲਮਾਨ ਨੇ ਜਿਹੜੇ, ਜੇ ਉਹਨਾਂ ਨੂੰ ਮੁਸਲਮਾਨ ਬਣਾਵਾਂ ਤਾਂ ਇਹ ਬੜਾ ਵੱਡਾ ਪੁੰਨ ਦਾ ਕੰਮ ਹੈ। ਇਹ ਪੁੰਨ ਦਾ ਕੰਮ ਕਰਨ ਵਾਸਤੇ ਹੁਣ ਉਹ ਕੀ ਕਰਦਾ ਹੈ? ਉਹ ਕਿਸੇ ਨੂੰ ਪ੍ਰੇਮ ਜਾਂ ਮੁਹੱਬਤ ਨਾਲ ਨਹੀਂ, ਬਲਕਿ ਕੂਟਨੀਤੀਆਂ ਵਰਤ ਕੇ, ਜੇ ਧੱਕਾ ਕਰਨਾ ਪਏ ਤੇ ਉਹ ਵੀ ਕਰਦਾ ਹੈ, ਜ਼ੁਲਮ ਕਰਨਾ ਪਏ ਤੇ ਉਹ ਵੀ ਕਰਦਾ ਹੈ, ਆਪਣੀ ਅਫਸਰਸ਼ਾਹੀ ਨੂੰ ਖੁੱਲ੍ਹ ਦਿੰਦਾ ਹੈ, ਆਪਣੇ ਮੰਤਰੀਆਂ ਨੂੰ ਖੁੱਲ੍ਹ ਦਿੰਦਾ ਹੈ। ਅੱਗੇ ਮੰਤਰੀਆਂ 'ਤੇ ਜਾਂ ਅਫਸਰਾਂ 'ਤੇ ਡਿਪੈਂਡ ਕਰਦਾ ਵੀ ਜਿਹਦਾ ਸੁਭਾਅ ਨਰਮ ਹੈ ਉਹ ਨਹੀਂ ਸਖਤਾਈ ਕਰਦਾ, ਜਿਹਦਾ ਸੁਭਾਅ ਗਰਮ ਹੈ ਜਾਂ ਜਿਹੜਾ ਆਪਣੇ ਬਾਦਸ਼ਾਹ ਦੀ ਚਾਪਲੂਸੀ ਦੀਆਂ ਹੱਦਾਂ ਟੱਪਦਾ, ਉਹ ਫਿਰ ਆਪਣੀ ਪਰਜਾ 'ਤੇ ਆਪਣੇ ਇਲਾਕੇ 'ਚ ਜਿੱਥੋਂ ਤੱਕ ਉਹਦੀ ਪਹੁੰਚ ਹੈ ਉੱਥੇ ਜ਼ਬਰਦਸਤੀਆਂ ਕਰਦਾ। ਉਹ ਗੈਰ ਮੁਸਲਮਾਨ ਨੂੰ ਹੋਰ ਨਜ਼ਰ ਨਾਲ ਵੇਖਦਾ ਅਤੇ ਮੁਸਲਮਾਨ ਨੂੰ ਹੋਰ ਨਜ਼ਰ ਨਾਲ ਵੇਖਦਾ। ਉਹ ਆਪਣੇ ਮਜ਼ਹਬ ਦੇ ਲੋਕਾਂ ਨੂੰ ਹੋਰ ਤਰੀਕੇ ਨਾਲ ਡੀਲ ਕਰਦਾ ਅਤੇ ਦੂਜਿਆਂ ਨੂੰ ਹੋਰ ਤਰੀਕੇ ਨਾਲ ਡੀਲ ਕਰਦਾ। ਉਹਦੀ ਨਜ਼ਰ ਦੇ ਵਿੱਚ ਮਨੁੱਖ ਦੋ ਤਰ੍ਹਾਂ ਦੇ ਹੋ ਗਏ। ਇੱਕ ਉਹ ਹੋ ਗਏ ਜਿਹੜੇ ਉਹਦੇ ਹਮ ਮਜ਼ਹਬ ਨੇ, ਉਹਨਾਂ ਵਰਗਾ ਪਹਿਰਾਵਾ, ਉਹਨਾਂ ਵਰਗੀ ਬੋਲੀ ਬੋਲਦੇ ਨੇ, ਉਹਨਾਂ ਵਰਗੇ ਹੀ ਅਕੀਦੇ 'ਤੇ ਵਿਸ਼ਵਾਸ ਰੱਖਦੇ ਨੇ। ਅਤੇ ਇੱਕ ਉਹ ਹੋ ਗਏ ਜਿਹੜੇ ਉਹਨਾਂ ਵਰਗਾ ਪਹਿਰਾਵਾ ਨਹੀਂ ਪਾਉਂਦੇ, ਉਹਨਾਂ ਵਾਂਗ ਬੋਲੀ ਨਹੀਂ ਬੋਲਦੇ ਅਤੇ ਉਹਨਾਂ ਵਾਂਗ ਜਿਨ੍ਹਾਂ ਦੇ ਵਿਸ਼ਵਾਸ ਨਹੀਂ। ਦੋ ਤਰ੍ਹਾਂ ਦੇ ਮਨੁੱਖ ਹੋ ਗਏ। ਹੁਣ ਉਹ ਦੋਵਾਂ ਦੇ ਨਾਲ ਵਿਹਾਰ ਕਿਸ ਤਰ੍ਹਾਂ ਦਾ ਕਰਨਗੇ? ਵੱਖਰਾ ਜਦੋਂ ਮਨੁੱਖ ਦੋ ਤਰ੍ਹਾਂ ਦੇ ਨੇ ਤਾਂ ਵਿਹਾਰ ਵੀ ਦੋ ਤਰ੍ਹਾਂ ਦਾ ਹੀ ਹੋਏਗਾ। ਉਹ ਮਨੁੱਖ ਨੂੰ ਮਨੁੱਖ ਵਜੋਂ ਨਹੀਂ ਵੇਖਦੇ, ਉਹ ਇਸ ਅੰਦਾਜ਼ੇ ਨਾਲ ਵੇਖਦੇ ਨੇ ਵੀ ਇਹ ਮਨੁੱਖ ਜਿਹੜਾ ਹੈ ਇਹਦੇ ਨਾਲ ਵਿਹਾਰ ਹੋਰ ਤਰ੍ਹਾਂ ਦਾ ਹੋਣਾ ਚਾਹੀਦਾ, ਕਿਉਂਕਿ ਇਹਦਾ ਵਿਸ਼ਵਾਸ ਮੇਰੇ ਵਿਸ਼ਵਾਸ ਵਰਗਾ ਹੈ, ਅਤੇ ਇਹਦੇ ਨਾਲ ਹੋਰ ਤਰ੍ਹਾਂ ਦਾ ਹੋਣਾ ਚਾਹੀਦਾ। ਹੁਣ ਜਿਹੜਾ ਧਰਮ ਦਾ ਮੂਲ ਹੈ ਉਹ ਕੀ ਹੈ? ਧਰਮ ਦੀ ਬੇਸਿਕ ਫਿਲਾਸਫੀ ਕੀ ਹੈ? ਕਿ ਪਰਮੇਸ਼ਰ, ਅੱਲਾ, ਖੁਦਾ ਸਭਨਾਂ ਦੇ ਵਿੱਚ ਹੈ, ਸਾਰੀ ਕੁਦਰਤ ਵਿੱਚ। ਹੁਣ ਬੇਸਿਕ ਫਿਲਾਸਫੀ ਭੁੱਲ ਗਈ ਨਾ ਜਦੋਂ ਇਹ ਗੱਲ ਆ ਗਈ ਕਿ ਦੋ ਤਰ੍ਹਾਂ ਦੇ ਨੇ ਅਤੇ ਦੋਵਾਂ ਨਾਲ ਵੱਖਰਾ ਵੱਖਰਾ ਵਿਹਾਰ ਕਰਨਾ। ਬਸ ਇਹ ਹੋਣਾ ਚਾਹੀਦਾ, ਮੰਨ ਲਓ ਵੀ ਕੋਈ ਆਪਣੀ ਜ਼ਬਾਨ ਤੋਂ ਅੱਲਾ ਕਹਿੰਦਾ, ਮੇਰੇ ਵਰਗੇ ਕੱਪੜੇ ਪਾਉਂਦਾ, ਭਾਵੇਂ ਉਹ ਦਿਲ ਦਾ ਖੋਟਾ ਹੀ ਹੋਵੇ ਪਰ ਉਹਦੇ ਨਾਲ ਚੰਗਾ ਵਿਹਾਰ ਹੀ ਕੀਤਾ ਜਾਏਗਾ, ਕਿਉਂਕਿ ਉਹ ਬਾਹਰੀ ਤੌਰ 'ਤੇ ਮੇਰੇ ਨਾਲ ਰਲਦਾ ਹੈ, ਮੇਰੇ ਨਾਲ ਮੇਲ ਖਾਂਦਾ ਹੈ। ਜਿਸ ਮਨੁੱਖ ਦਾ ਪਹਿਰਾਵਾ, ਭਾਸ਼ਾ, ਅਕੀਦਾ, ਵਿਸ਼ਵਾਸ ਬਾਹਰੀ ਤੌਰ 'ਤੇ ਮੇਰੇ ਵਰਗਾ ਨਹੀਂ, ਭਾਵੇਂ ਉਹ ਲੱਖ ਚੰਗਾ ਹੋਵੇ ਜੀਵਨ ਵਿੱਚ, ਮੈਂ ਉਹਨੂੰ ਚੰਗਾ ਨਹੀਂ ਕਹਿ ਸਕਦਾ। ਮੋਹ ਦੀ ਇੱਕ ਡੈਫੀਨੇਸ਼ਨ ਇਹ ਵੀ ਹੈ। ਇਹ ਜਿਹੜੀ ਖਿੱਚ ਹੈ ਉਹ ਕੁਰਾਏ ਪਾ ਰਹੀ ਹੈ, ਇਹ ਭਟਕਾ ਰਹੀ ਹੈ, ਮਨੁੱਖ ਨੂੰ ਦੋ ਤਰ੍ਹਾਂ ਨਾਲ ਵੇਖਣ ਦੀ ਨਜ਼ਰ ਦੇ ਰਹੀ ਹੈ। ਇਹ ਭੇਦ ਭਾਵ ਸਿਰਜ ਰਹੀ ਹੈ ਜੀਵਨ 'ਚ। ਇਹ ਭੇਦ ਭਾਵ ਜਦੋਂ
ਮਨ ਵਿੱਚ ਆਏਗਾ ਤਾਂ ਇਹ ਬਾਹਰ ਇੰਪਲੀਮੈਂਟ ਹੋਏਗਾ, ਸਥਾਪਿਤ ਹੋਏਗਾ। ਇਹ ਸਮਾਜ ਵਿੱਚ ਪੱਖਪਾਤ ਕਰੇਗਾ ਤੇ ਕਲੇਸ਼ ਸਿਰਜੇਗਾ, ਜਿਹੜਾ ਕਿ ਹੋਇਆ। ਸਾਹਿਬ ਸਤਿਗੁਰੂ ਮਹਾਰਾਜ ਨੇ, ਤੁਸੀਂ ਚੇਤੇ ਵਿੱਚ ਰੱਖਣਾ ਵੀ ਸਤਿਗੁਰੂ ਮਹਾਰਾਜ ਜਿਸ ਵੇਲੇ ਵਕਾਰਾਂ ਦਾ ਜ਼ਿਕਰ ਕਰਨਗੇ ਨਾ, ਤੇ ਉਹਦਾ ਭਾਵ ਹੁੰਦਾ ਹੈ ਸਿੱਧੇ ਅਰਥਾਂ ਵਿੱਚ ਰੋਗ, ਬਿਮਾਰੀ, ਡਿਜ਼ੀਜ਼। ਮੋਹ ਜਿਸ ਵੇਲੇ ਡਿਜ਼ੀਜ਼, ਬਿਮਾਰੀ ਦਾ ਰੂਪ ਧਾਰਨ ਕਰਦਾ ਹੈ, ਤੇ ਮਨੁੱਖੀ ਜੀਵਨ, ਮਨੁੱਖੀ ਸਮਾਜ ਲਈ ਬੜਾ ਘਾਤਕ ਤੇ ਖਤਰਨਾਕ ਬਣ ਜਾਂਦਾ ਹੈ। ਤੋ ਸਾਹਿਬ ਸਤਿਗੁਰੂ ਇਸ ਨੂੰ ਕਹਿੰਦੇ ਨੇ ਮਹਾਮੋਹ। ਤੇ ਸਾਹਿਬ ਨੇ ਇਸੇ ਨੂੰ ਹੀ ਕਿਹਾ, ਆਪਾਂ ਜਿਹੜਾ ਬਚਨ ਪਹਿਲਾਂ ਵਿਚਾਰਿਆ ਹੈ, ਪੰਕ ਜੋ ਮੋਹ ਪੱਗ ਨਹੀਂ ਚੱਲੈ। ਮੈਂ ਵੇਖਿਆ ਵੀ ਲੋਕ ਮੋਹ ਦੇ ਚਿੱਕੜ ਵਿੱਚ ਖੁੱਭੇ ਪਏ ਨੇ, ਨੱਕਾ ਨੱਕ ਡੁੱਬੇ ਪਏ ਨੇ ਪੂਰੀ ਤਰ੍ਹਾਂ ਨਾਲ। ਤੇ ਹਜ਼ੂਰ ਮਹਾਰਾਜ ਨੇ ਅਗਲਾ ਸ਼ਬਦ ਵਰਤਿਆ ਅਗਿਆਨ ਤਿਮਰ। ਅਗਿਆਨਤਾ ਦੇ ਹਨੇਰੇ ਵਿੱਚ। ਅਗਿਆਨ ਦਾ ਭਾਵ ਹੁੰਦਾ ਬੇਸਮਝੀ, ਸਮਝ ਨਾ ਹੋਣੀ। ਹੁਣ ਉਹ ਕਿਹੜੀ ਸਮਝ ਹੈ ਜਿਸ ਬਾਬਤ ਸਤਿਗੁਰੂ ਇਸ਼ਾਰਾ ਕਰ ਰਹੇ ਨੇ? ਵੈਸੇ ਅਗਿਆਨਤਾ ਨੂੰ ਮਹਾਰਾਜ ਨੇ ਹਨੇਰੇ, ਤਿਮਰ ਦਾ ਭਾਵ ਹੁੰਦਾ ਹੈ ਹਨੇਰਾ, ਅੰਧਕਾਰ, ਹਨੇਰੇ ਨਾਲ ਤੁਲਨਾ। ਜਿਹੜੀ ਅਗਿਆਨਤਾ ਹੈ ਉਹ ਹਨੇਰੇ ਵਾਂਗੂ ਹੈ। ਹੁਣ ਤੁਸੀਂ ਵੇਖੋ, ਹਨੇਰਾ ਹੋ ਜਾਏਗਾ ਤੇ ਕਿਸੇ ਚੀਜ਼ ਦੀ ਪਛਾਣ ਨਹੀਂ ਆਏਗੀ। ਭਾਵੇਂ ਸਾਡੇ ਆਪਣੇ ਪਰਿਵਾਰ ਦਾ ਮੈਂਬਰ ਹੀ ਦਰਵਾਜ਼ੇ ਤੇ ਖੜਾ ਹੋਵੇ ਤਾਂ ਆਪਾਂ ਫਿਰ ਵੀ ਪੁੱਛਦੇ ਕੌਣ ਹੈ ਤੂੰ। ਹੁਣ ਰੌਸ਼ਨੀ ਹੋਵੇ, ਚਾਨਣ ਹੋਵੇ ਤਾਂ ਪੁੱਛਣ ਦੀ ਲੋੜ ਪੈਂਦੀ। ਜਿਹਨੂੰ ਤੁਸੀਂ ਪਛਾਣਦੇ ਹੋ ਉਹਨੂੰ ਤਾਂ ਪੁੱਛਣ ਦੀ ਲੋੜ ਨਹੀਂ ਨਾ ਪੈਂਦੀ ਤੂੰ ਕੌਣ ਹੈ। ਤੇ ਹਨੇਰਾ ਹੋਵੇ ਤੇ ਤੁਹਾਨੂੰ ਆਪਣੇ ਪਰਿਵਾਰ ਦੇ ਬੰਦੇ ਨੂੰ ਵੀ ਪੁੱਛਣਾ ਪੈਂਦਾ। ਦਰਵਾਜ਼ੇ ਤੇ ਖੜਾ ਹੈ, ਉਸਨੇ ਬੈਲ ਵਜਾਈ, ਤੁਸੀਂ ਦਰਵਾਜ਼ਾ ਖੋਲ੍ਹਿਆ, ਤੁਸੀਂ ਕਿਹਾ ਕੌਣ ਹੈ? ਫਿਰ ਉਹ ਮੂੰਹ ਬੋਲ ਕੇ, ਕਿਉਂਕਿ ਤੁਹਾਨੂੰ ਦਿਸ ਕੁਝ ਨਹੀਂ ਰਿਹਾ। ਹਨੇਰੇ ਦਾ ਸਭ ਤੋਂ ਵੱਡਾ ਦੋਸ਼ ਇਹ ਹੈ ਵੀ ਉਹ ਹਰ ਚੀਜ਼ ਨੂੰ ਬੇਪਛਾਣ ਕਰ ਦਿੰਦਾ ਹੈ। ਉਹਦੇ ਵਿੱਚ ਸਹੀ ਕੀ ਹੈ, ਗਲਤ ਕੀ ਹੈ, ਚੰਗਾ ਕੀ ਹੈ, ਮਾੜਾ ਕੀ ਹੈ, ਕੁਝ ਵੀ ਸਮਝ ਨਹੀਂ ਆਉਂਦਾ। ਅਗਿਆਨਤਾ ਨੂੰ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਹਨੇਰਾ ਕਿਹਾ ਗਿਆ, ਅੰਧਕਾਰ। ਤੇ ਇਹ ਜਿਹੜੀ ਸਤਿਗੁਰੂ ਮਹਾਰਾਜ ਜਿਹੜੀ ਅਗਿਆਨਤਾ ਦੀ ਵਿਆਖਿਆ ਕਰਦੇ ਨੇ, ਉਹ ਕੀ ਹੈ? ਮਨੁੱਖ ਦੇ ਆਪਣਾ ਆਪ ਪ੍ਰਤੀ, ਆਪਣੇ ਆਪ ਨੂੰ ਸਮਝਣ ਪ੍ਰਤੀ ਅਗਿਆਨਤਾ ਹੈ ਸਭ ਤੋਂ ਵੱਡੀ। ਆਪਣੇ ਆਪ ਨੂੰ ਜਾਣਨ ਤੋਂ ਮਨੁੱਖ ਜਿਹੜਾ ਹੈ ਉਹ ਉਕਤਾ ਗਿਆ, ਖੁੰਝ ਗਿਆ। ਹੋਰ ਉਹ ਬਾਕੀਆਂ ਬਾਰੇ ਬਹੁਤ ਜਾਣਦਾ। ਤੁਸੀਂ ਕਿਸੇ ਮਨੁੱਖ ਆਲੇ ਦੁਆਲੇ ਜਿਹਦੇ ਬਾਰੇ ਆਪਾਂ ਨਾਮ ਹੀ ਜਾਣਦੇ ਹੋਈਏ ਨਾ, ਡਾਟਾ ਕੱਢ ਲੈਂਦੇ ਹਾਂ ਆਪਾਂ, ਇਹ ਬੰਦਾ ਕੀ ਕਰਦਾ ਹੈ, ਕਿਵੇਂ ਕਰਦਾ ਹੈ, ਕਿਹੋ ਜਿਹਾ, ਅਸੀਂ ਫੈਸਲੇ ਵੀ ਦਿੰਦੇ ਹਾਂ। ਸਾਡੇ ਜੀਵਨ ਦੀ ਬਹੁਤੀ ਸਮੱਸਿਆ ਹੀ ਇੱਥੇ ਖੜੀ ਹੈ। ਅਸੀਂ ਜਿੰਨਾ ਵਿਚਾਰ ਦੂਸਰੇ ਪ੍ਰਤੀ ਕਰਦੇ ਹਾਂ, ਆਪਣੇ ਪ੍ਰਤੀ 100ਵਾਂ ਹਿੱਸਾ ਵੀ ਨਹੀਂ ਕਰਦੇ। ਸਾਡੀ ਸਾਰੀ ਕੋਸ਼ਿਸ਼ ਜਿਹੜੀ ਹੈ ਉਹ ਲੋਕਾਂ ਦੇ ਬਾਰੇ ਫੈਸਲੇ ਸੁਣਾਉਣ 'ਤੇ ਹੀ ਸਾਡਾ ਸਾਰਾ ਜੀਵਨ ਜਿਹੜਾ ਹੈ ਉਹਦਾ ਬਹੁਤਾ ਹਿੱਸਾ ਲੰਘ ਜਾਂਦਾ ਹੈ। ਆਪਣੇ ਆਪ ਬਾਰੇ ਅਸੀਂ ਕਦੇ ਵੀ ਨਹੀਂ ਸੋਚਦੇ ਵੀ ਮੈਂ ਕੀ ਹਾਂ ਅਤੇ ਕਿੱਥੇ ਖੜ੍ਹਾ। ਧਰਮ ਦੀ ਜਿਹੜੀ ਵਿਆਖਿਆ ਉਹ ਕਹਿੰਦੀ ਹੈ ਵੀ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਜਾਣ ਵੀ ਤੂੰ ਕੀ ਹੈ। ਜਿਸ ਦਿਨ ਤੈਨੂੰ ਆਪਣਾ ਆਪ ਵੇਖਣਾ ਆ ਗਿਆ, ਆਪਣੇ ਆਪ ਪ੍ਰਤੀ ਤੇਰੀ ਅਗਿਆਨਤਾ ਘਟ ਗਈ, ਤੂੰ ਗਿਆਨੀ ਹੋ ਜਾਏਗਾ। ਅਸੀਂ ਸਮਝਦੇ ਹਾਂ ਵੀ ਜਿੰਨਾ ਚਿਰ ਅਸੀਂ ਦੂਸਰੇ ਬਾਰੇ ਗੱਲ ਨਾ ਕਰੀਏ, ਲੋਕ ਸਾਨੂੰ ਗਿਆਨੀ ਨਹੀਂ ਸਮਝਣਗੇ, ਲੋਕ ਸਾਨੂੰ ਵਿਦਵਾਨ ਨਹੀਂ ਸਮਝਣਗੇ। ਇਸੇ ਲਈ ਅਸੀਂ ਹਮੇਸ਼ਾ ਦੂਸਰੇ ਦੀ ਗੱਲ ਕਰਦੇ ਹਾਂ। ਇਸੇ ਲਈ ਅਸੀਂ ਜ਼ਿੰਦਗੀ ਦੇ ਜਿਹੜੇ ਬੇਸਿਕ ਮੁੱਦੇ ਨੇ, ਜਿਹੜੇ ਬੇਸਿਕ ਵਿਚਾਰ ਨੇ, ਜਿਹੜੀਆਂ ਸਾਡੀਆਂ ਮੂਲ ਗੱਲਾਂ ਨੇ ਜੀਵਨ ਦੀਆਂ, ਉਹਨਾਂ ਵੱਲ ਅਸੀਂ ਕਦੇ ਸਿੱਧਤ ਨਹੀਂ ਹੁੰਦੇ। ਸਾਹਿਬ ਸਤਿਗੁਰੂ ਮਹਾਰਾਜ ਇਸ ਨੂੰ ਕਹਿੰਦੇ ਨੇ ਤੇਰੀ ਆਪਣੇ ਆਪ ਨੂੰ ਤੂੰ ਜਾਣਦਾ ਨਹੀਂ, ਇਹ ਹੀ ਸਭ ਤੋਂ ਵੱਡੀ ਅਗਿਆਨਤਾ ਹੈ। ਤੇ ਮਹਾਰਾਜ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ, ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ। ਆਪਾ ਚੀਨਾ ਮਤਲਬ ਕਿ ਆਪਣੇ ਆਪ ਨੂੰ ਖੋਜ, ਆਪਣੇ ਆਪ ਨੂੰ ਜਾਣ। ਤੇਰੇ ਵਿੱਚ ਉਹ ਸਾਰੀਆਂ ਬਰਕਤਾਂ ਤੇ ਬਖਸ਼ਿਸ਼ਾਂ ਨੇ ਜਿਹੜੀਆਂ ਤੂੰ ਲੋੜਦਾ, ਜਿਨ੍ਹਾਂ ਦੀ ਤੈਨੂੰ ਜ਼ਰੂਰਤ ਹੈ। ਤੇਰੇ ਅੰਦਰ ਹੀ ਉਹ ਸਾਰੇ ਰੋਗ ਭਰੇ ਪਏ ਨੇ ਜਿਹੜੇ ਤੇਰੇ ਦੁੱਖਾਂ ਤੇ ਮੁਸੀਬਤਾਂ ਦੇ ਕਾਰਨ ਨੇ, ਜਿਨ੍ਹਾਂ ਦਾ ਦੋਸ਼ ਤੂੰ ਬਾਹਰ ਦੇਣਾ। ਵੇਖੋ, ਦੋ ਗੱਲਾਂ ਨੇ। ਅਸੀਂ ਦੁੱਖ ਤੇ ਮੁਸੀਬਤ ਦਾ ਦੋਸ਼ ਬਾਹਰ ਵਾਲੇ ਨੂੰ ਦਿੰਦੇ ਹਾਂ, ਕਿਸੇ ਨੂੰ ਵੀ ਦੇ ਦਈਏ, ਰੱਬ ਨੂੰ ਦੇ ਦਈਏ, ਮਨੁੱਖ ਨੂੰ ਦੇ ਦਈਏ, ਕਿਸੇ ਨੂੰ ਵੀ ਦੇ ਦਈਏ।
ਹੁਣ ਉਹ ਸਤਿਗੁਰੂ ਆਖਦੇ ਵੀ ਜੇ ਤੂੰ ਆਪਣੇ ਆਪ ਨੂੰ ਪਛਾਣ ਲੈ, ਤੈਨੂੰ ਸਮਝ ਆਏਗੀ ਵੀ ਬਹੁਤੀਆਂ ਮੁਸ਼ਕਲਾਂ ਤੇ ਜ਼ਿੰਦਗੀ ਦੀਆਂ ਉਲਝਣਾਂ ਦਾ ਕਾਰਨ ਤੇਰਾ ਆਪਣਾ ਆਪ ਹੈ। ਤੇਰੇ ਅੰਦਰ ਉਹ ਚੀਜ਼ਾਂ, ਉਹ ਰੋਗ, ਉਹ ਔਗਣ ਭਰੇ ਪਏ ਨੇ। ਤੇ ਜਿਹੜੀਆਂ ਬਰਕਤਾਂ ਤੇ ਬਖਸ਼ਿਸ਼ਾਂ ਤੋਂ ਬਾਹਰੋਂ ਲੋੜਦਾ ਵੀ ਉਹ ਮੈਨੂੰ ਮਿਲ ਜਾਣ, ਸੁੱਖ ਮਿਲ ਜਾਏ, ਸਕੂਨ ਮਿਲ ਜਾਏ, ਟਿਕਾਓ ਮਿਲ ਜਾਏ, ਉਹ ਸਭ ਕੁਝ ਵੀ ਤੇਰੇ ਅੰਦਰ ਹੀ ਪਰਮੇਸ਼ਰ ਨੇ ਪਾਇਆ। ਜਿਸ ਦਿਨ ਤੂੰ ਆਪਾ ਖੋਜੇਗਾ, ਆਪੇ ਨੂੰ ਜਾਣੇਗਾ। ਭਗਤ ਪੀਪਾ ਜੀ ਨੇ ਇਸੇ ਕਰਕੇ ਸ਼ਬਦ ਵਰਤਿਆ ਸੀ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਿਬੇਦਾ, ਕਾਇਓ ਪੂਜਾ ਪਾਤੀ, ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ। ਨਾ ਕਛ ਆਇਬੋ ਨਾ ਕਛ ਜਾਇਬੋ, ਰਾਮ ਕੀ ਦੁਹਾਈ। ਫਿਰ ਆਖਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਸਾਹਿਬ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜਾ ਖੋਜੇਗਾ ਉਹ ਪਾ ਲਏਗਾ। ਹੁਣ ਇੱਥੇ ਅਗਿਆਨਤਾ ਨੂੰ ਇੱਕ ਖਾਸ ਅੰਦਾਜ਼ ਵਿੱਚ ਸਤਿਗੁਰੂ ਨੇ ਵਿਆਖਿਆ ਦਿੱਤੀ ਹੈ। ਇੱਥੇ ਬਾਹਰ ਦੀ ਗੱਲ ਨਹੀਂ। ਹੋ ਸਕਦਾ ਕੋਈ ਸਾਧਨ ਬਣ ਕੇ ਆ ਜਾਏ, ਕੋਈ ਮਸ਼ੀਨ ਬਣ ਕੇ ਆ ਜਾਂਦੀ ਹੈ, ਅਤੇ ਆਪਾਂ ਨੂੰ ਪਹਿਲਾਂ ਉਹਦਾ ਪਤਾ ਨਹੀਂ ਹੁੰਦਾ ਵੀ ਇਹ ਕਿਵੇਂ ਚੱਲਦੀ ਹੈ। ਉਸ ਅਗਿਆਨਤਾ ਦੀ ਗੱਲ ਨਹੀਂ ਹੈ ਇੱਥੇ ਸਤਿਗੁਰੂ ਜੀਵਨ ਦੇ ਮੁੱਦੇ ਪ੍ਰਤੀ ਸੇਧਤ ਨੇ ਵੀ ਆਪਣੇ ਆਪ ਨੂੰ ਤੂੰ ਨਹੀਂ ਪਛਾਣਦਾ, ਇਹ ਸਭ ਤੋਂ ਵੱਡੀ ਅਗਿਆਨਤਾ ਹੈ ਤੇਰੇ 'ਚ। ਤੂੰ ਨਾ ਆਪਣੇ ਅੰਦਰ ਦੀਆਂ ਖੂਬੀਆਂ ਵੇਖ ਪਾ ਰਿਹਾ ਤੇ ਨਾ ਆਪਣੇ ਅੰਦਰ ਦੇ ਦੋਸ਼ ਸਮਝ ਪਾ ਰਿਹਾ, ਇਹ ਤੇਰੀ ਅਗਿਆਨਤਾ ਹੈ, ਇਹ ਤੇਰੀ ਬੇਸਮਝੀ ਹੈ। ਜਿਸ ਦਿਨ ਇਹ ਅਗਿਆਨਤਾ ਦਾ ਪਰਦਾ ਤੇਰੇ ਅੰਦਰੋਂ ਹਟ ਗਿਆ, ਤੈਨੂੰ ਆਪਣੇ ਅੰਦਰ ਦੀਆਂ ਖੂਬੀਆਂ ਵੀ ਵਿਖਾਈ ਦੇਣਗੀਆਂ, ਆਪਣੇ ਅੰਦਰ ਦੇ ਦੋਸ਼ ਵੀ ਵਿਖਾਈ ਦੇਣਗੇ। ਇਹ ਉਹੋ ਜਿਹੀ ਮਨੋ ਅਵਸਥਾ ਹੈ ਜਿਵੇਂ ਅਸੀਂ ਸ਼ੀਸ਼ੇ ਦੇ ਸਾਹਮਣੇ ਖਲੋ ਜਾਂਦੇ ਹਾਂ ਅਤੇ ਸਾਨੂੰ ਆਪਣਾ ਚਿਹਰਾ ਅਤੇ ਆਪਣਾ ਪਹਿਨਿਆ ਹੋਇਆ ਕੱਪੜਾ ਜਿਹੜਾ ਅਤੇ ਆਪਣੀ ਸਜਾਈ ਹੋਈ ਦਸਤਾਰ ਜਿਹੜੀ ਹੈ ਆਪਣੀ ਅੱਖਾਂ ਨਾਲ ਦਿਸਦੀ ਹੈ। ਅਤੇ ਸਾਨੂੰ ਜਿੱਥੇ ਲੱਗੇ ਵੀ ਇੱਥੇ ਸਾਨੂੰ ਆਪਣਾ ਆਪ ਸਵਾਰਨ ਦੀ ਲੋੜ ਹੈ, ਆਪਾਂ ਠੀਕ ਕਰਦੇ ਹਾਂ ਨਾ, ਕਿਉਂਕਿ ਸਾਨੂੰ ਦਿਸ ਰਿਹਾ, ਸਾਨੂੰ ਵਿਖਾਈ ਦੇ ਰਿਹਾ, ਆਪਣਾ ਆਪ ਵਿਖਾਈ ਦੇ ਰਿਹਾ। ਗਰੀਬ ਨਵਾਜ ਮਹਾਰਾਜ ਇਸ ਨੂੰ ਆਖਦੇ ਨੇ ਵੀ ਕਿਉਂ ਨਹੀਂ ਮੈਂ ਸਮਝ ਪਾ ਰਿਹਾ ਪਰਮੇਸ਼ਰ ਨੂੰ। ਇੱਕ ਤਾਂ ਮੈਂ ਮੋਹ ਦੇ ਰੋਗ ਵਿੱਚ ਫਸਿਆ ਹੋਇਆ, ਅਤੇ ਦੂਜਾ ਸਤਿਗੁਰੂ ਨੇ ਕਿਹਾ ਅਗਿਆਨ ਤਿਮਰ, ਅਗਿਆਨਤਾ ਦੇ ਹਨੇਰੇ ਵਿੱਚ ਹਾਂ ਮੈਂ, ਮੈਨੂੰ ਆਪੇ ਦੀ ਸੋਝੀ ਨਹੀਂ, ਆਪੇ ਤੋਂ ਬੇਖਬਰ ਹਾਂ। ਕਹਿੰਦੇ ਮੋਹ ਮਨ ਰਹੋ ਉਰਝਾਈ, ਸਤਿਗੁਰੂ ਆਖਦੇ ਨੇ ਮੇਰਾ ਮਨ ਇਹਨਾਂ ਦੋ ਚੀਜ਼ਾਂ ਵਿੱਚ ਉਲਝ ਗਿਆ ਹੈ, ਫਸ ਗਿਆ ਹੈ। ਇਹ ਰਹਾਉ ਦਾ ਬੰਦ। ਇਸ ਤੋਂ ਅੱਗੇ ਸਤਿਗੁਰੂ ਕਹਿੰਦੇ ਸਗਲ ਜਨਮ ਭਰਮ ਹੀ ਭਰਮ ਖੋਇਓ। ਆਪਣਾ ਸਾਰਾ ਜੀਵਨ ਜਿਹੜਾ ਹੈ ਨਾ ਮੈਂ ਭਟਕਣਾ ਦੇ ਵਿੱਚ ਹੀ ਗੁਜ਼ਾਰ ਦਿੱਤਾ ਹੈ। ਭਰਮ ਹੀ ਭਰਮ ਦਾ ਮਤਲਬ ਭਟਕਣਾ ਹੀ ਭਟਕਣਾ ਹੈ, ਭੁਲੇਖੇ ਹੀ ਭੁਲੇਖੇ ਨੇ ਜੀਵਨ 'ਚ। ਅਤੇ ਇਸ ਵਿਚਾਰ ਨੂੰ ਸਮਝੀਏ ਵੀ ਜਿੱਥੇ ਅਗਿਆਨਤਾ ਹੋਏਗੀ ਨਾ ਉੱਥੇ ਭਟਕਣਾ ਹੋਏਗੀ। ਇਹਨੂੰ ਇੱਕ ਬੜੀ ਬਾਕਮਾਲ ਉਦਾਹਰਣ ਨਾਲ ਸਤਿਗੁਰੂ ਨੇ ਵਿਆਖਿਆ ਦਿੱਤੀ ਹੈ। ਘਰ ਦੇ ਵਿੱਚ ਹਨੇਰਾ ਹੈ, ਰਾਤ ਦਾ ਵਕਤ ਹੈ, ਕੋਈ ਚੀਜ਼ ਵਿਖਾਈ ਨਹੀਂ ਦੇ, ਬਸ ਝੌਲਾ ਪੈ ਰਿਹਾ, ਜਿਹਨੂੰ ਆਪਾਂ ਕਹਿੰਦੇ ਭੁਲੇਖਾ ਪੈਣਾ। ਵਿਹੜੇ ਦੇ ਵਿੱਚ ਰੱਸੀ ਪਈ ਹੋਈ ਹੈ ਅਤੇ ਇੱਕ ਪਰਿਵਾਰ ਦੇ ਮੈਂਬਰ ਨੂੰ ਲੱਗਿਆ ਵੀ ਖੌਰੇ ਸੱਪ ਹੈ, ਉਹਨੇ ਰੌਲਾ ਪਾ ਦਿੱਤਾ। ਹੁਣ ਸਾਰੇ ਡਰ ਗਏ, ਦਹਿਲ ਹੈ ਇਸ ਚੀਜ਼ ਦਾ ਵੀ ਸੱਪ ਆ ਗਿਆ। ਹੁਣ ਕੋਈ ਸਲਾਹ ਦਿੰਦਾ ਵੀ ਵੇਖਿਓ ਕਿਤੇ ਸਮਾਨ ਥੱਲੇ ਨਾ ਵੜ ਜਾਏ, ਘਰ ਦੇ ਅੰਦਰ ਨਾ ਵੜ ਜਾਏ, ਫਿਰ ਕੱਢਾਂਗੇ ਲੱਭਾਂਗੇ ਕਿਵੇਂ, ਖਤਰਨਾਕ ਹੋ ਸਕਦਾ, ਕਿਸੇ ਨੂੰ ਲੜ ਨਾ ਜਾਏ। ਕਿਸੇ ਨੇ ਆਖਿਆ ਡੰਡਾ ਫੜੋ, ਇਸ ਨੂੰ ਮਾਰੀਏ। ਘਰ ਦੇ ਇੱਕ ਜੀ ਨੇ ਆਖਿਆ ਵੀ ਇੰਜ ਕਰੋ, ਪਹਿਲਾਂ ਚਾਨਣ ਕਰੋ, ਜੇ ਸੱਪ ਹੋਇਆ ਅਤੇ ਜੇ ਮਾਰਨਾ ਵੀ ਹੋਇਆ ਤਾਂ ਚਾਨਣ ਚਾਹੀਦਾ, ਪਤਾ ਤਾਂ ਲੱਗੇ। ਅਤੇ ਜੇ ਕਿਸੇ ਪਾਸੇ ਜਾਏਗਾ ਵੀ ਤਾਂ ਚਾਨਣ 'ਚ ਹੀ ਪਤਾ ਲੱਗੇਗਾ ਕਿੱਧਰ ਗਿਆ। ਚਾਨਣ ਕਰੋ ਸਭ ਤੋਂ ਪਹਿਲਾਂ। ਉਹ ਚਾਨਣ ਕੀਤਾ, ਦੀਵਾ ਬਾਲਿਆ ਜਾਂ ਲਾਈਟ ਔਨ ਕੀਤੀ, ਸਾਰੇ ਹੱਕੇ ਬੱਕੇ ਰਹਿ ਗਏ। ਉਹ ਹੈਰਾਨ ਹੋਏ ਅਤੇ ਉਹ ਜਿਹੜੇ ਬੰਦੇ ਨੇ ਰੌਲਾ ਪਾਇਆ ਸੀ ਨਾ ਪਰਿਵਾਰ ਦੇ ਨੇ, ਉਹਨੂੰ ਕੋਸਣ ਲੱਗ ਪਏ, ਉਹ 'ਤੇ ਖਿਝਣ ਲੱਗ ਪਏ। ਉਹਨੂੰ ਕਹਿੰਦੇ ਤੂੰ ਅੰਨਾ, ਤੈਨੂੰ ਦਿਖਾਈ ਨਹੀਂ ਦਿੰਦਾ, ਤਾਂ ਰੱਸੀ ਪਈ ਹੈ ਅਤੇ ਤੂੰ ਰੌਲਾ ਪਾ ਕੇ ਸਾਰਿਆਂ ਨੂੰ ਡਰਾਇਆ ਹੋਇਆ। ਉਹ ਅੱਗੋਂ ਜਵਾਬ ਦਿੰਦਾ, ਕਹਿਣ ਲੱਗਾ ਵੀ ਜਦੋਂ ਮੈਂ ਕਿਹਾ ਸੀ ਮੈਨੂੰ ਤਾਂ ਭੁਲੇਖਾ ਪੈ ਗਿਆ ਵੀ ਖੌਰੇ ਸੱਪ ਹੈ, ਅਤੇ ਤੁਸੀਂ ਵੀ ਤਾਂ ਵੇਖ ਹੀ ਰਹੇ ਸੀ, ਤੁਹਾਨੂੰ ਵੀ ਤਾਂ ਉਹੀ ਭੁਲੇਖਾ ਪਿਆ ਜਿਹੜਾ ਮੈਨੂੰ ਪਿਆ।
ਆਪਣੇ ਸਾਰਿਆਂ 'ਚੋਂ ਕਿਸੇ ਨੂੰ ਵੀ ਸਹੀ ਵਿਖਾਈ ਨਹੀਂ ਦਿੱਤਾ ਇਹ ਵੀ ਇਹ ਸੱਪ ਨਹੀਂ, ਇਹ ਰੱਸੀ ਹੈ। ਹਨੇਰੇ ਦੇ ਵਿੱਚ ਭੁਲੇਖਾ ਪੈਣਾ ਸੁਭਾਵਕ ਹੈ, ਪੋਸੀਬਲ ਹੈ। ਇਸੇ ਤਰ੍ਹਾਂ ਜਦੋਂ ਸਾਡੇ ਅੰਦਰ ਆਪਣੇ ਜੀਵਨ ਪ੍ਰਤੀ ਅਗਿਆਨਤਾ ਹੁੰਦੀ ਹੈ, ਤੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਅਗਿਆਨਤਾ ਦੇ ਵਿੱਚ ਅਸੀਂ ਕਈ ਵਾਰ ਸੱਚ ਨੂੰ ਝੂਠ, ਝੂਠ ਨੂੰ ਸੱਚ, ਸਹੀ ਨੂੰ ਗਲਤ, ਗਲਤ ਨੂੰ ਸਹੀ, ਇਸੇ ਤਰ੍ਹਾਂ ਰਿਐਕਟ ਕਰਦੇ ਹਾਂ। ਅਸੀਂ ਗੁਰਮਤ ਨੂੰ ਅਪਣਾਉਂਦੇ ਨਹੀਂ ਤੇ ਮਨਮਤ ਨੂੰ ਗੁਰਮਤ ਸਮਝ ਕੇ ਜ਼ਿੰਦਗੀ ਦੇ ਵਿੱਚ ਉਹਦੀ ਪ੍ਰੈਕਟਿਸ ਕਰਦੇ ਰਹੇ ਨੇ। ਸਾਨੂੰ ਲੱਗਦਾ ਇਹੀ ਧਰਮ ਹੈ, ਇਹੀ ਗੁਰਮਤ ਹੈ। ਇਸੇ ਕਰਕੇ ਤੁਸੀਂ ਵੇਖੋਗੇ ਅਸੀਂ ਨਿਗੂਣੀਆਂ ਬਾਹਰੀ ਚੀਜ਼ਾਂ ਦੇ ਉੱਤੇ ਝਗੜਦੇ ਹਾਂ, ਲੜਦੇ ਹਾਂ, ਉਲਝਦੇ ਹਾਂ, ਦੋਸ਼ ਦਿੰਦੇ ਹਾਂ, ਕਲੇਸ਼ ਕਰਦੇ ਹਾਂ। ਅਤੇ ਅਸੀਂ ਉਸ ਵੇਲੇ ਭੁੱਲ ਜਾਂਦੇ ਵੀ ਜਿਹੜੀਆਂ ਚੀਜ਼ਾਂ ਲਈ ਅਸੀਂ ਲੜ ਰਹੇ ਹਾਂ, ਜਿਨ੍ਹਾਂ ਚੀਜ਼ਾਂ ਲਈ ਅਸੀਂ ਉਲਝ ਰਹੇ ਹਾਂ, ਜ਼ਬਾਨ ਗੰਦੀ ਕਰ ਰਹੇ ਹਾਂ, ਧੱਕਾ ਕਰ ਰਹੇ ਹਾਂ, ਲੜ ਰਹੇ ਹਾਂ, ਖੂਨ ਇੱਕ ਦੂਜੇ ਦਾ ਡੋਲ ਰਹੇ, ਉਹ ਚੀਜ਼ਾਂ ਤਾਂ ਕੱਖ ਵੀ ਨਹੀਂ। ਜੋ ਅਸੀਂ ਗਵਾ ਰਹੇ ਹਾਂ ਆਪਣੇ ਜੀਵਨ 'ਚ, ਧਰਮ ਤਾਂ ਅਸੀਂ ਅਸਲ 'ਚ ਉਦੋਂ ਹੀ ਗਵਾਤਾ ਜਦੋਂ ਸਾਡੇ ਅੰਦਰੋਂ ਦਇਆ ਖਤਮ ਹੋ ਗਈ, ਨਿਮਰਤਾ ਮੁੱਕ ਗਈ, ਧੀਰਜ ਮੁੱਕ ਗਿਆ। ਧਰਮ ਤਾਂ ਉਦੋਂ ਹੀ ਮੁੱਕ ਗਿਆ। ਬਚਾ ਕਿਹਨੂੰ ਰਹੇ ਹਾਂ ਅਸੀਂ? ਕਿਹੜੀ ਚੀਜ਼ ਦੀ ਰਾਖੀ ਕਰ ਰਹੇ ਹਾਂ ਅਸੀਂ? ਜੇ ਜੀਵਨ 'ਚ ਧੀਰਜ ਨਹੀਂ ਰਿਹਾ, ਨਿਮਰਤਾ ਨਹੀਂ ਰਹੀ, ਮਿਠਾਸ ਨਹੀਂ ਰਹੀ, ਪ੍ਰੇਮ ਨਹੀਂ ਰਿਹਾ, ਦਇਆ ਨਹੀਂ ਰਹੀ, ਤੇ ਜਿਹੜੀ ਚੀਜ਼ ਨੂੰ ਬਚਾ ਰਹੇ ਉਹ 'ਚ ਧਰਮ ਕੀ ਹੈ? ਇਹ ਤੁਸੀਂ ਵੇਖਣਾ। ਤਮਾਮ ਮਜ਼ਹਬੀ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਉਲਝਣੀ, ਹਰ ਬੰਦਾ ਕਹੇਗਾ ਮੈਂ ਧਰਮ ਦੀ ਰਾਖੀ ਕਰ ਰਿਹਾ। ਨਹੀਂ, ਅਸੀਂ ਚੀਜ਼ਾਂ ਦੀ ਤੇ ਹੰਕਾਰ ਦੀ ਰਾਖੀ ਕਰ ਰਹੇ। ਜਿਹੜੀ ਚੀਜ਼ ਨਾਲ ਸਾਡਾ ਹੰਕਾਰ ਵੱਡਾ ਹੁੰਦਾ ਅਸੀਂ ਉਹਦੀ ਰਾਖੀ ਕਰਦੇ ਹਾਂ। ਧਰਮ ਨੂੰ ਤਾਂ ਕੋਈ ਖਤਰਾ ਹੀ ਨਹੀਂ ਹੁੰਦਾ ਬੇਸਿਕਲੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਹਜ਼ੂਰ ਆਖਦੇ ਸਗਲ ਜਨਮ ਭਰਮ ਹੀ ਭਰਮ ਖੋਇਓ, ਨਹਿ ਅਸਥਿਰ ਮਤ ਪਾਈ। ਅਸਥਿਰ ਦਾ ਮਤਲਬ ਹੈ ਟਿਕਾਊ ਵਾਲੀ, ਸਹਿਜ ਵਾਲੀ ਮਤ, ਸਹਿਜ ਵਾਲੀ ਵਿਚਾਰ ਮੇਰੇ ਅੰਦਰ ਨਹੀਂ ਆਈ। ਮੈਂ ਸਾਰਾ ਜੀਵਨ ਭਟਕਦਿਆਂ ਹੀ ਗੁਜ਼ਾਰ ਦਿੱਤਾ ਹੈ। ਟਿਕਾਊ ਵਾਲੀ ਸਥਿਤੀ ਜੀਵਨ ਵਿੱਚ ਨਹੀਂ ਬਣ ਪਾਈ। ਸਹਿਜ ਵਾਲਾ, ਸਮਤੋਲ ਵਾਲਾ ਜੀਵਨ ਨਹੀਂ ਬਣ ਪਾਇਆ। ਤੇ ਹਜ਼ੂਰ ਮਹਾਰਾਜ ਅੱਗੇ ਆਖਦੇ ਨੇ ਵੇਖਿਆ ਸਖਤ ਰਹਿਓ ਨਿਸਬਾਸੁਰ ਨਹਿ ਛੂਟੀ ਅਧਮਾਈ। ਵੇਖਿਆ ਸਖਤ ਦਾ ਮਤਲਬ ਹੈ ਵਿਸ਼ਿਆਂ ਵਿੱਚ ਲਿਪਤ ਰਹਿਣਾ, ਮਾੜੀ ਸੋਚ, ਮਾੜੇ ਫੁਰਨੇ, ਮਾੜੇ ਖਿਆਲ ਤੇ ਮੰਦਾ ਅਮਲ, ਇਸੇ ਨੂੰ ਕਿਹਾ ਜਾਂਦਾ ਵੇਖਿਆ ਸਖਤ, ਜਿਹੜੇ ਜੀਵਨ ਨੂੰ ਕੁਰਾਏ ਪਾ ਦੇਣ। ਵਿਸ਼ੇ ਦੇ ਵਿੱਚ, ਜ਼ਹਿਰ ਰੂਪ ਚੀਜ਼ਾਂ ਦੇ ਵਿੱਚ ਉਲਝੇ ਰਹਿਣਾ। ਤੇ ਸਤਿਗੁਰੂ ਆਖਦੇ ਨਿਸਬਾਸੁਰ, ਦਿਨ ਰਾਤ ਯਾਨੀ ਕਿ ਹਰ ਵੇਲੇ ਹਰ ਪਲ ਮੈਂ ਵਿਸ਼ੇ ਵਿਕਾਰਾਂ ਵਿੱਚ ਡੁੱਬਿਆ ਰਹਿਣਾ ਪੂਰੀ ਤਰ੍ਹਾਂ ਨਾਲ। ਇਹ ਕੰਟੀਨਿਊ ਮੇਰਾ ਸਫ਼ਰ ਇਸ ਪਾਸੇ ਹੋ ਰਿਹਾ। ਨਹਿ ਛੂਟੀ ਅਧਮਾਈ। ਅਧਮਾਈ ਦਾ ਮਤਲਬ ਹੁੰਦਾ ਹੈ ਮਾੜੀ ਹਾਲਤ, ਮਾੜੀ ਆਦਤ, ਮਾੜੀ ਸਿਚੁਏਸ਼ਨ। ਇਹ ਮੇਰੀ ਛੁੱਟ ਨਹੀਂ ਰਹੀ, ਇਸ ਤੋਂ ਮੈਂ ਮੁਕਤ ਨਹੀਂ ਹੋ ਪਾ ਰਿਹਾ। ਵੈਸੇ ਸਾਹਿਬ ਸਤਿਗੁਰੂ ਮਹਾਰਾਜ ਨੇ ਮੁਬਾਰਕ ਬਾਣੀ ਦੇ ਵਿੱਚ ਫਰਮਾਇਆ ਹੈ ਵੀ ਵਿਸ਼ੇ ਵਿਕਾਰ, ਕਿਸੇ ਵੀ ਗਲਤ ਕਰਮ ਵਿੱਚ ਫਸਣਾ ਬਹੁਤ ਸੌਖਾ ਕਰਮ ਹੁੰਦਾ ਹੈ, ਕਿਉਂਕਿ ਅਸੀਂ ਇੱਕ ਪ੍ਰਭਾਵ ਨੂੰ ਕਬੂਲਦੇ ਹਾਂ। ਫਾਸਨ ਕੀ ਬਿਧ ਸਭ ਕੋ ਜਾਣੈ, ਛੂਟਨ ਕੀ ਇੱਕ ਕੋਈ। ਕਿਉਂਕਿ ਅਸੀਂ ਇੱਕ ਮਾਹੌਲ ਸਿਰਜਦੇ ਹਾਂ, ਅਤੇ ਮਾਹੌਲ ਦੇ ਵਿੱਚ ਹਰ ਬੰਦਾ, ਹੁਣ ਤੁਸੀਂ ਵੇਖੋ ਨਾ, ਕਿਸੇ ਬੰਦੇ ਨੂੰ ਡਰੱਗ 'ਤੇ ਲਾਉਣਾ, ਹੁਣ ਪਰਿਵਾਰ ਦੇ ਵਿੱਚ ਕੋਈ ਵੀ ਖੁਸ਼ੀ ਦਾ ਮਾਹੌਲ ਹੈ ਅਤੇ ਸ਼ਰਾਬ ਪਿਆਉਣੀ ਹੋਵੇ ਤਾਂ ਬਹੁਤਾ ਜ਼ੋਰ ਨਹੀਂ ਲਾਉਣਾ, ਸਾਰੇ ਹੀ ਰਾਏ ਦੇ ਦੇਣ ਕੋਈ ਨਹੀਂ, ਆਹ ਲੈ ਆਓ, ਉਹ ਲੈ ਆਓ, ਪ੍ਰਬੰਧ ਵੀ ਕਰ ਲੈਣਗੇ। ਜਿਨ੍ਹਾਂ ਨਹੀਂ ਪੀਣੀ ਉਹ ਵੀ ਟੇਬਲ ਰੱਖ ਦੇਣਗੇ, ਪਾਣੀ ਉਹ ਵੀ ਲਿਆ ਦੇਣਗੇ। ਅਤੇ ਜੇ ਰੋਗ ਹਟਾਉਣਾ ਹੋਵੇ ਪਰਿਵਾਰ ਦੇ ਕਿਸੇ ਸਮਾਗਮ 'ਤੇ ਇਹਨੂੰ ਹਟਾਉਣਾ ਹੋਵੇ ਤਾਂ ਕਿੰਨਾ ਜ਼ੋਰ ਲੱਗੇਗਾ ਬੰਦੇ ਦਾ। ਜਿਹੜਾ ਨਹੀਂ ਵੀ ਪੀਂਦਾ ਉਹ ਵੀ ਬੰਦਾ ਨਾਲ ਪ੍ਰਬੰਧ ਕਰਾਉਣ ਲਈ ਹੱਥ ਵਟਾ ਲੈਂਦਾ ਹੈ। ਇਸ ਤਰ੍ਹਾਂ ਹੀ ਹੁੰਦਾ ਹੈ ਨਾ। ਅਤੇ ਜੇ ਚੀਜ਼ ਨੂੰ ਹਟਾਉਣਾ ਹੋਵੇ, ਚਲੋ ਪਿੱਛੇ ਜੋ ਹੋ ਗਿਆ, ਹੁਣ ਆਪਾਂ ਨਹੀਂ ਕਰਨਾ, ਇੰਨਾ ਸਹੀਲਾ ਥੋੜ੍ਹੀ ਹੋਏਗਾ। ਜਿਹੜਾ ਨਹੀਂ ਪੀਂਦਾ ਉਹ ਵੀ ਆਖੇਗਾ ਕੀ ਲੋੜ ਹੈ, ਆਪਾਂ ਨੂੰ ਸਮਾਜ ਨਾਲ ਚੱਲਣਾ ਚਾਹੀਦਾ ਹੈ, ਦੁਨੀਆ ਨਾਲ ਚੱਲਣਾ ਚਾਹੀਦਾ ਹੈ, ਕੀ ਨੁਕਸਾਨ ਹੈ, 4 ਪੈਸੇ ਖਰਚੀ ਹੋ ਜਾਣਗੇ ਵਗੈਰਾ, ਦਲੀਲ ਹੋਏਗੀ।
ਇਹ ਤਾਂ ਮੈਂ ਫੋਰ ਐਗਜ਼ਾਮਪਲ ਇੱਕ ਛੋਟੀ ਜਿਹੀ ਉਦਾਹਰਣ ਤੁਹਾਡੇ ਸਨਮੁਖ ਰੱਖੀ। ਸਾਹਿਬ ਸਤਿਗੁਰੂ ਕਹਿੰਦੇ ਨੇ, ਸਾਧ ਸੰਗ ਕਬਹੂ ਨਹੀਂ ਕੀਨਾ, ਨਹਿ ਕੀਰਤ ਪ੍ਰਭ ਗਾਈ। ਸਾਧ ਸੰਗ ਦਾ ਭਾਵ ਹੈ ਗੁਰੂ ਦੀ ਸੋਹਬਤ, ਗੁਰੂ ਦਾ ਸੰਗ, ਗੁਰੂ ਦੀ ਸਾਂਝ। ਗੁਰੂ ਨਾਲ ਕਦੇ ਵੀ ਸਾਂਝ ਨਹੀਂ ਬਣਾਈ, ਸਤਿਗੁਰੂ ਦਾ ਉਪਦੇਸ਼ ਗ੍ਰਹਿਣ ਨਹੀਂ ਕੀਤਾ, ਗੁਰਮਤਿ ਨਹੀਂ ਲਈ। ਨਹਿ ਕੀਰਤ ਪ੍ਰਭ ਗਾਈ। ਕੀਰਤ ਦਾ ਮਤਲਬ ਹੁੰਦਾ ਹੈ ਸ਼ੋਭਾ, ਵਡਿਆਈ, ਪ੍ਰਭਤਾ, ਮਾਣ ਵਾਲੀ ਗੱਲ, ਸਿਫਤ ਸਲਾਹ। ਅਤੇ ਜੋ ਪਰਮੇਸ਼ਰੀ ਸਿਫਤ ਹੈ, ਰੱਬੀ ਸਿਫਤ ਹੈ, ਰੱਬੀ ਵਡਿਆਈ ਹੈ, ਰੱਬੀ ਗੁਣ ਹਨ, ਉਹਨਾਂ ਨੂੰ ਕਦੇ ਜੀਵਨ ਵਿੱਚ ਵਸਾਇਆ ਨਹੀਂ, ਉਹਨਾਂ ਦਾ ਕਦੇ ਗਾਇਨ ਨਹੀਂ ਕੀਤਾ, ਉਹਨਾਂ ਨਾਲ ਕਦੇ ਸੁਰਤ ਨਹੀਂ ਜੋੜੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੋ ਚੀਜ਼ਾਂ ਬਾਰ-ਬਾਰ ਆਉਣਗੀਆਂ, ਸਾਧ ਸੰਗ, ਗੁਰੂ ਦੀ ਸੰਗਤ, ਜਾਂ ਸਤ ਸੰਗ, ਗੁਰਮੁਖਾਂ ਦੀ ਸੰਗਤ। ਇਸ ਤਰ੍ਹਾਂ ਸ਼ਬਦ ਆਏਗਾ। ਅਤੇ ਨਾਲ ਦੀ ਨਾਲ ਪ੍ਰਭੂ ਦੀ ਕੀਰਤੀ, ਪ੍ਰਭੂ ਦਾ ਨਾਮ, ਪ੍ਰਭੂ ਦੀ ਸਿਫਤ, ਪ੍ਰਭੂ ਦੀ ਸਲਾਹ, ਇਹ ਵੀ ਸ਼ਬਦ ਨਾਲ ਹੀ ਆਏਗਾ। ਇਹ ਦੋਵੇਂ ਚੀਜ਼ਾਂ ਇਕੱਠੀਆਂ ਬਹੁਤ ਵਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਤਿਗੁਰੂ ਨੇ ਲਿਖੀਆਂ ਨੇ। ਇਹ ਜਿਵੇਂ ਇੱਥੇ ਗੁਰੂ ਨੌਵੇਂ ਪਾਤਸ਼ਾਹ ਨੇ ਕਿਹਾ, ਸਾਧ ਸੰਗ ਕਬਹੂ ਨਹੀਂ ਕੀਨਾ, ਗੁਰੂ ਦਾ ਸੰਗ, ਗੁਰੂ ਦੀ ਨੇੜਤਾ ਕਦੇ ਨਹੀਂ ਕੀਤੀ, ਗੁਰੂ ਦੇ ਨੇੜੇ ਹੋਣ ਦਾ ਯਤਨ ਨਹੀਂ ਕੀਤਾ, ਅਤੇ ਨਾ ਹੀ ਪਰਮੇਸ਼ਰ ਦੀ ਸਿਫਤ ਸਲਾਹ ਅਤੇ ਵਡਿਆਈ ਦਾ ਗਾਇਨ ਕੀਤਾ, ਨਾ ਉਹਦੀ ਸਿਫਤ ਕੀਤੀ ਹੈ, ਨਾ ਉਹਦੇ ਗੁਣਾਂ ਦਾ ਕਦੇ ਚਿੰਤਨ ਅਤੇ ਧਿਆਨ ਕੀਤਾ। ਅਤੇ ਸਤਿਗੁਰੂ ਕਹਿੰਦੇ ਨੇ, ਜਨ ਨਾਨਕ ਮੈਂ ਨਾਹਿ ਕੋਊ ਗੁਣ। ਹੁਣ ਬੇਨਤੀ ਰੂਪ ਵਿੱਚ ਸਤਿਗੁਰੂ ਅਖੀਰਲੀ ਪੰਕਤੀ ਉਚਾਰਨ ਕਰਦੇ ਨੇ। ਇਹ ਸਮਝੋ ਵੀ ਅਰਦਾਸ ਦਾ ਇਹ ਵੀ ਇੱਕ ਰੂਪ ਹੈ, ਔਰ ਇਸੇ ਰੂਪ ਨੂੰ ਸਭ ਤੋਂ ਵੱਧ ਮਹੱਤਵ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮਹਾਨਤਾ ਦਿੱਤੀ ਗਈ ਹੈ। ਆਪਣੇ ਵਜੂਦ ਨੂੰ ਸਮਰਪਿਤ ਕਰਨਾ ਅਤੇ ਅਸੈਪਟ ਕਰਨਾ ਜੋ ਮੈਂ ਹਾਂ, ਉਸ ਹਾਲਤ ਨੂੰ। ਸਤਿਗੁਰੂ ਮਹਾਰਾਜ ਆਖਦੇ ਨੇ, ਇਹ ਐਸੀਆਂ ਪੰਕਤੀਆਂ ਬਹੁਤ ਵਾਰ ਬਾਣੀ 'ਚ ਨੇ। ਭੱਟ ਸਾਹਿਬਾਨਾਂ ਦਾ ਆਪਾਂ ਇਹ ਸਵਈਆ ਜਿਸ ਵੇਲੇ ਪੜ੍ਹਦੇ ਹਾਂ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਜਾਂ ਫਿਰ ਅਸੀਂ ਮਹਾਰਾਜ ਦੀਆਂ ਇਹ ਪੰਕਤੀਆਂ ਪੜ੍ਹਦੇ ਹਾਂ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਅਸੀਂ ਆਮ ਰੂਪ ਵਿੱਚ ਇਹਨਾਂ ਨੂੰ ਅਰਦਾਸ ਰੂਪ ਵਿੱਚ ਨਹੀਂ ਲੈਂਦੇ। ਸਾਡੇ ਲਈ ਅਰਦਾਸ ਦੇ ਮਾਇਨੇ ਇਹੀ ਹੋ ਗਏ ਨੇ, ਕੁਝ ਨਾ ਕੁਝ ਦੁਨਿਆਵੀ ਪਦਾਰਥ ਮੰਗਣਾ। ਜਦੋਂ ਕਿ ਸਤਿਗੁਰੂ ਨੇ ਸਭ ਤੋਂ ਵਧੇਕ ਬਾਣੀ ਦੇ ਅੰਦਰ ਆਪਣੀ ਹਾਲਤ ਨੂੰ ਅਸੈਪਟ ਕਰਨਾ, ਇਸ ਨੂੰ ਅਰਦਾਸ ਦੇ ਰੂਪ ਵਿੱਚ ਲਿਆ, ਸਮਰਪਣ ਹੋਣਾ ਇਸ ਨੂੰ ਅਰਦਾਸ ਦੇ ਰੂਪ ਵਿੱਚ ਲਿਆ। ਸਤਿਗੁਰੂ ਮਹਾਰਾਜ ਆਖਦੇ ਨੇ, ਜਨ ਨਾਨਕ ਮੈਂ ਨਾਹਿ ਕੋਊ ਗੁਣ। ਹੇ ਅਕਾਲ ਪੁਰਖ ਪਰਮੇਸ਼ਰ ਜੀ, ਮੇਰੇ ਵਿੱਚ ਕੋਈ ਖੂਬੀ ਨਹੀਂ, ਕੋਈ ਗੁਣ ਨਹੀਂ, ਮੇਰੇ ਅੰਦਰ ਕੋਈ ਚੰਗੀ ਸਿਫਤ ਨਹੀਂ, ਕੋਈ ਚੰਗਿਆਈ ਨਹੀਂ। ਅਤੇ ਇਸ ਲਈ ਮੈਂ ਅਰਦਾਸ ਕੀ ਕਰਦਾ ਹਾਂ, ਰਾਖ ਲੇਹੋ ਸ਼ਰਨਾਈ। ਸ਼ਰਨਾਈ ਦਾ ਮਤਲਬ ਹੁੰਦਾ ਹੈ ਪਨਾਹ ਮੰਗਣੀ, ਸ਼ਰਨ ਮੰਗਣੀ, ਹਜ਼ੂਰੀ ਮੰਗਣੀ। ਜਿਵੇਂ ਕਿਸੇ ਕੋਈ ਖਤਰਾ, ਕੋਈ ਮੁਸ਼ਕਲ ਆ ਜਾਏ ਕਿਸੇ ਪੱਖ ਤੋਂ, ਅਤੇ ਬੰਦਾ ਸੰਬੰਧਿਤ ਕਿਸੇ ਵਿਅਕਤੀ ਕੋਲ ਜਾਂਦਾ ਹੈ ਅਤੇ ਉਹਨੂੰ ਜਾ ਕੇ ਕਹਿੰਦਾ ਵੀ ਤੂੰ ਹੀ ਬਚਾ ਸਕਦਾ ਹੈ, ਇਸੇ ਲਈ ਮੈਂ ਤੇਰਾ ਆਸਰਾ ਤੱਕ ਕੇ ਤੇਰੇ ਕੋਲ ਆਇਆ। ਇਹਨੂੰ ਕਹਿੰਦੇ ਪਨਾਹ 'ਚ ਜਾਣਾ, ਸ਼ਰਨ ਵਿੱਚ ਜਾਣਾ। ਅਤੇ ਗੱਲ ਜਿੱਥੇ ਆਏਗੀ ਮੰਦੇ ਅਮਲ, ਮੰਦੇ ਕਰਮ ਦੀ, ਆਤਮਿਕ ਮੌਤ ਦੀ, ਜੀਵਨ ਦੀ ਤਬਾਹੀ ਦੀ, ਜੀਵਨ ਦੇ ਕੁਰਾਹ ਪੈ ਜਾਣ ਅਤੇ ਗੁੰਮਰਾਹ ਹੋਣ ਦੀ, ਉੱਥੇ ਕੌਣ ਬਚਾਏਗਾ? ਉੱਥੇ ਕਿਹਦੀ ਸ਼ਰਨ ਅਤੇ ਕਿਸ ਦੀ ਪਨਾਹ ਵਿੱਚ ਜਾਣਾ ਪਏਗਾ? ਸਤਿਗੁਰੂ ਨੇ ਬਾਰ-ਬਾਰ ਆਖਿਆ, ਉੱਥੇ ਇੱਕੋ ਇੱਕ ਅਕਾਲ ਪੁਰਖ ਪਰਮੇਸ਼ਰ ਹੈ, ਜਿਸ ਦਾ ਨਾਮ ਆਧਾਰ, ਜਿਸ ਦੇ ਗੁਣਾਂ ਦੀ ਦਾਤ ਅਤੇ ਸਤਿਗੁਰੂ ਦਾ ਉਪਦੇਸ਼ ਤੇਰੀ ਰਾਖੀ ਕਰ ਸਕਦਾ। ਸਾਹਿਬ ਸਤਿਗੁਰੂ ਰਹਿਮਤ ਕਰਨ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।